अस्सलाम वालेकुम। शानी जट वीलॉग ऑफिशियल चैनल जी तुम सब ਨੂੰ ਬਹੁਤ ਬਹੁਤ ਖੁਸ਼ ਆਮਦੇਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ 'ਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਭ ਤੋਂ ਜ਼ਿਆਦਾ ਲਾਈਕ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਘੰਟੇ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਅੱਛਾ ਜਨਾਬ, ਅੱਜ ਇੱਕ ਦੋ ਖਬਰਾਂ ਹੈਗੀਆਂ ਨੇ ਜਿਹੜੀਆਂ ਕਿ ਡਿਸਕਸ ਕਰਨੀਆਂ ਨੇ। ਸਭ ਤੋਂ ਪਹਿਲੇ ਤਾਂ ਤੁਹਾਨੂੰ ਦੱਸਣਾ ਹੈ ਕਿ ਇੱਕ ਪਟਵਾਰੀ ਹੈਗਾ, ਉਹਨੇ ਜਨਾਬ ਇੱਕ ਯੂਥੀਆ ਸਹਾਫੀ ਹੈਗਾ ਉਹਨੂੰ ਵਾੜ ਕੇ ਰੱਖ ਦਿੱਤਾ। ਉਹ ਪਟਵਾਰੀ ਭਾਈ ਕੌਣ ਹੈ ਸਾਡਾ ਤੇ ਉਹ ਯੂਥੀਆ ਸਹਾਫੀ ਕੌਣ ਹੈ, ਇਹਦੇ ਉੱਤੇ ਗੱਲ ਕਰਾਂਗੇ ਤੇ ਕਿਉਂ ਵਾੜੇ, ਕੀ ਹਿਸਾਬ ਕਿਤਾਬ ਹੈ, ਇਹ ਕੀ ਕਹਾਣੀ ਇਹ ਵੀ ਤੁਹਾਨੂੰ ਦੱਸਦੇ ਹਾਂ। ਦੂਸਰਾ ਜਨਾਬ, ਪੈਰਾ ਫੋਰਸ ਜਿਹੜੀ ਬਣਾਈ ਹੈ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੇ, ਉਹਦੇ ਵਿੱਚ ਜਨਾਬ ਬਹੁਤ ਜ਼ਿਆਦਾ ਜਿਹੜਾ ਨਾ ਕਰਪਸ਼ਨ ਹੋ ਰਹੀ ਹੈ ਤੇ ਉਹ ਬਹੁਤ ਜ਼ਿਆਦਾ ਗੁੰਡਾਗਰਦੀ ਕਰਦੇ ਨੇ। ਉਹਨਾਂ ਦੀਆਂ ਬੜੀਆਂ ਕੰਪਲੇਨਾਂ ਆ ਰਹੀਆਂ ਨੇ ਤੇ ਲੋਕੀ ਜਿਹੜੇ ਨੇ ਸ਼ਿਕਾਇਤਾਂ ਕਰਦੇ ਨੇ ਤੇ ਮਰੀਮ ਨਵਾਜ਼ ਸਾਹਿਬਾ ਕੋਲ ਜਿਹੜੀ ਨਾ ਇਹਦੀ ਰਿਪੋਰਟ ਪਹੁੰਚ ਚੁੱਕੀ ਹੈ ਤੇ ਉਹਨਾਂ ਨੇ ਸ਼ਦੀਦ ਬੜ੍ਹਮੀ ਦਾ ਜਿਹੜਾ ਨਾ ਇਜ਼ਹਾਰ ਕੀਤਾ ਤੇ ਉਹਨਾਂ ਨੇ ਲਾਇਨ ਹਾਜ਼ਰ ਕਰ ਦਿੱਤਾ ਕਿ ਜੀ ਇਹ ਕੀ ਹਿਸਾਬ ਕਿਤਾਬ ਹੈ, ਇਹ ਵੀ ਤੁਹਾਨੂੰ ਦੱਸਦੇ ਹਾਂ। ਫਿਰ ਜਨਾਬ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇੱਕ ਸਹਾਫੀ ਹੈਗਾ ਹਬੀਬ ਅਕਰਮ, ਉਹਨੇ ਜਨਾਬ ਇੱਕ ਐਸੀ ਬੋਂਗੀ ਮਾਰੀ ਹੈ ਕਿ ਜਿਹੜਾ ਇਹਦੀ ਇਸ ਬੋਂਗੀ ਨੂੰ ਸੁਣਦਾ ਪਿਆ ਨਾ ਅੱਲਾਹ ਪਾਕ ਦੀ ਕਸਮ ਉਹਦੀ ਹੱਸੀ ਨਹੀਂ ਰੁਕਦੀ ਪਈ। ਉਹਨੇ ਕੀ ਬੋਂਗੀ ਮਾਰੀ ਹੈ ਇਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ। ਸਭ ਤੋਂ ਪਹਿਲੇ ਜਨਾਬ ਅਸੀਂ ਤੁਹਾਨੂੰ ਦੱਸਾਂਗੇ ਕਿ ਪਟਵਾਰੀ ਨੇ ਯੂਥੀਆ ਵਾੜ ਦਿੱਤਾ। ਜਨਾਬ ਇੱਕ ਸਾਡੇ ਸੂਬਾਈ ਵਜ਼ੀਰ ਹੈਗੇ ਨੇ ਰਾਸ਼ਿਦ ਨਸਰੁੱਲਾ ਸਾਹਿਬ, ਇਹ ਜਨਾਬ ਡਾਈ ਹਾਰਡ ਕਾਰਕੁਨ ਨੇ, ਵਰਕਰ ਨੇ ਮੀਆਂ ਸਾਹਿਬ ਦੇ। ਮੀਆਂ ਸਾਹਿਬ ਨਾਲ ਬੜੀ ਮੁਹੱਬਤ ਕਰਦੇ ਨੇ। ਲੰਡਨ ਦੇ ਵਿੱਚ ਜਦੋਂ ਮੀਆਂ ਸਾਹਿਬ ਆਏ ਸਨ 2019 ਦੇ ਵਿੱਚ ਐਗਜ਼ਾਈਲ ਹੋ ਕੇ, ਤੇ ਰਾਸ਼ਿਦ ਨਸਰੁੱਲਾ ਸਾਹਿਬ ਜਿਹੜੇ ਸਨ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਕਮਾਨ ਸੰਭਾਲ ਲਿੱਤੀ ਤੇ ਜਿਹੜਾ ਯੂਥੀਆ ਆਉਂਦਾ ਸੀ ਉੱਥੇ ਤੇ ਬਕਵਾਸ ਕਰਦਾ ਸੀ ਤੇ ਰਾਸ਼ਿਦ ਸਾਹਿਬ ਜਿਹੜੇ ਸਨ ਉਹਨਾਂ ਦੀ ਚੰਗੀ ਭਲੀ ਕਲਾਸ ਲੈਂਦੇ ਸਨ ਤੇ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਸਨ। ਤੇ ਬੜਾ ਡਾਈ ਹਾਰਡ ਵਰਕਰ ਹੈਗਾ, ਕਾਰਕੁਨ ਹੈਗਾ ਰਾਸ਼ਿਦ ਸਾਹਿਬ। ਤੇ ਜਨਾਬ ਇਸ ਟਾਈਮ ਰਾਸ਼ਿਦ ਨਸਰੁੱਲਾ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਲਾਹੌਰ ਦੇ ਵਿੱਚ ਤੇ ਪੰਜਾਬ ਦੀ ਜਿਹੜੀ ਗੌਰਮੈਂਟ ਹੈਗੀ ਹੈ ਉਹਦਾ ਇੱਕ ਹਿੱਸਾ ਨੇ ਤੇ ਮੁਸ਼ੀਰ ਹੈਗੇ ਨੇ ਜਨਾਬ। ਉਹ ਜਿਹੜੇ ਹੁੰਦੇ ਨਹੀਂ ਯਤੀਮਾਂ ਮਸਕੀਨਾਂ ਦਾ ਇੱਕ ਜਿਹੜਾ ਡਿਪਾਰਟਮੈਂਟ ਹੁੰਦਾ ਤੇ ਉਹਦੇ ਮੁਸ਼ੀਰ ਹੈਗੇ ਨੇ ਰਾਸ਼ਿਦ ਨਸਰੁੱਲਾ ਸਾਹਿਬ। ਤੇ ਮਰੀਮ ਨਵਾਜ਼ ਸਾਹਿਬਾ ਨੇ ਜਦੋਂ ਰਹਿਮਤ ਕਾਰਡ ਦੀ ਜਦੋਂ ਲਾਂਚ ਕੀਤਾ ਤੇ ਉਹਦੇ ਵਿੱਚ ਰਾਸ਼ਿਦ ਸਾਹਿਬ ਨੂੰ ਆਪਣੇ ਨਾਲ ਖੜਾ ਕਰਕੇ ਉਹਨਾਂ ਨੂੰ ਵੀ ਜਿਹੜਾ ਸੀ ਨਾ ਕਿਹਾ ਕਿ ਤੁਸੀਂ ਵੀ ਜਿਹੜਾ ਨਾ ਇਹਦੀ ਇਫਤਤਾਹੀ ਤਕਰੀਬ ਦੇ ਵਿੱਚ ਮੇਰੇ ਨਾਲ ਖੜੇ ਹੋ। ਤੇ ਜਨਾਬ ਉਸ ਦਿਨ ਤੋਂ ਲੈ ਕੇ ਯੂਥੀਆ ਜਿਹੜੇ ਨੇ ਨਾ ਉਹ ਤੇਲ ਪਾਣੀ ਲੈ ਕੇ ਚੜ ਗਏ ਨੇ ਰਾਸ਼ਿਦ ਸਾਹਿਬ ਦੇ ਉੱਤੇ। ਇੱਕ ਯੂਥੀਆ ਸਹਾਫੀ ਹੈਗਾ ਜਿਹਦਾ ਨਾਮ ਹੈ ਨਵੀਦ ਸੱਤੀ। ਨਵੀਦ ਸੱਤੀ ਨੇ ਚੈਲੰਜ ਕਰ ਦਿੱਤਾ ਜਨਾਬ ਰਾਸ਼ਿਦ ਸਾਹਿਬ ਨੂੰ ਕਿ ਜਨਾਬ ਤੁਸੀਂ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ, ਜੇ ਇੰਨੇ ਪੜ੍ਹੇ ਲਿਖੇ ਹੈਗੇ ਹੋ ਤਾਂ ਦੱਸੋ ਤੁਹਾਡੀਆਂ ਡਿਗਰੀਆਂ ਕਿੱਥੇ ਹੈਗੀਆਂ ਨੇ। ਅਸੀਂ ਚੈਲੰਜ ਕਰਨੇ, ਸਾਨੂੰ ਸ਼ੱਕ ਹੈ ਕਿ ਤੁਹਾਡੇ ਕੋਲ ਕੋਈ ਡਿਗਰੀ ਨਹੀਂ, ਤੁਸੀਂ ਯਾਨੀ ਕਿ ਬਿਲਕੁਲ ਹੀ ਅੰਗੂਠਾ ਛਾਪ ਹੈਗੇ ਹੋ ਤੇ ਤੁਸੀਂ ਜਿਹੜੇ ਨਾ ਬਿਲਕੁਲ ਜਿਹੜਾ ਨਾ ਮਿਆਰ ਦੇ ਉੱਤੇ ਪੂਰਾ ਨਹੀਂ ਉਤਰਦੇ ਹੋ, ਇਸ ਵਜ਼ਾਰਤ ਦੇ ਅਹਿਲ ਨਹੀਂ ਹੈਗੇ ਹੋ। ਤੇ ਫਿਰ ਰਾਸ਼ਿਦ ਸਾਹਿਬ ਨੇ ਜਿਹੜਾ ਸੀ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਹਨੇ ਕਿਹਾ ਕਿ ਮੇਰੀ ਡਿਗਰੀਆਂ ਜਿਹੜੀਆਂ ਨੇ ਜਾਲੀ ਨਹੀਂ ਹੈ, ਮੇਰੇ ਕੋਲ ਕੋਈ ਡਿਗਰੀ ਨਹੀਂ ਹੈ। ਉਹਨਾਂ ਨੇ ਕਿਹਾ ਜੇ ਤੁਹਾਡੇ ਕੋਲ ਡਿਗਰੀਆਂ ਤੇ ਦੱਸੋ, ਵਿਖਾਓ ਮੈਨੂੰ। ਫਿਰ ਉਹਨਾਂ ਨੇ ਕਿਹਾ ਚਲੋ ਦੱਸੋ ਕਿੱਥੇ ਆਉਣਾ, ਮੈਂ ਉੱਥੇ ਡਿਗਰੀਆਂ ਲੈ ਕੇ ਆ ਜਾਂਦਾ, ਜਗ੍ਹਾ ਤੇ ਵਕਤ ਤੁਸੀਂ ਦੱਸ ਦਿਓ ਤੇ ਮੈਂ ਉੱਥੇ ਆ ਜਾਂਦਾ, ਨਿਊਟਰਲ ਮੁਕਾਮ ਰੱਖਣਾ ਤੇ ਟਾਈਮ ਦੱਸ ਦਿਓ, ਮੈਂ ਉੱਥੇ ਪਹੁੰਚ ਜਾਵਾਂਗਾ। ਉਹ ਭਾਈ ਹੋਰਾ ਮੇਰਾ ਖਿਆਲ ਹੈ ਕੋਈ ਪਤਾ ਨਹੀਂ ਕਿੱਥੋਂ ਮੁਲਤਾਨ ਤੋਂ ਤੇ ਪਤਾ ਨਹੀਂ ਕਿੱਧਰ ਦਾ ਰਹਿਣ ਵਾਲਾ ਹੈਗਾ ਤੇ ਉਹ ਚੱਪੜ ਕਨਾਤੀਆ ਜਿਹੜਾ ਸੀ ਨਵੀਦ ਸੱਤੀ, ਉਹਨੇ ਕਿਹਾ ਕਿ ਠੀਕ ਹੈ ਜੀ ਤੁਸੀਂ ਲਾਹੌਰ ਦੇ ਵਿੱਚ, ਉਹਨੇ ਕੋਈ ਐਸੀ ਜਗ੍ਹਾ ਦੱਸ ਦਿੱਤੀ ਕਿ ਤੁਸੀਂ ਉੱਥੇ ਪਹੁੰਚੋ ਤੇ ਟਾਈਮ ਉਹਨੇ 7 ਵਜੇ ਦਾ ਰੱਖ ਦਿੱਤਾ ਕਿ ਜੀ ਮੈਂ 7 ਵਜੇ ਜਿਹੜਾ ਨਾ ਉੱਥੇ ਪਹੁੰਚ ਜਾਵਾਂਗਾ। ਜਨਾਬ ਰਾਸ਼ਿਦ ਨਸਰੁੱਲਾ ਸਾਹਿਬ ਜਿਹੜੇ ਸੂਬਾਈ ਵਜ਼ੀਰ ਨੇ ਉਹ ਆਪਣੀ ਸਾਰੀ ਡਿਗਰੀਆਂ ਲੈ ਕੇ ਉਸੇ ਮੁਕਾਮ ਤੇ ਪਹੁੰਚ ਗਏ 7 ਵਜੇ ਤੇ ਜਦੋਂ ਜਨਾਬ ਉਹ ਪਹੁੰਚੇ ਨੇ ਤੇ ਉਹ ਗਾਇਬ ਸੀ ਨਵੀਦ ਸੱਤੀ, ਉਹ ਪਹੁੰਚਿਆ ਨਹੀਂ ਹੋਇਆ ਸੀ। ਫਿਰ ਬਕਾਇਦਾ ਰਾਸ਼ਿਦ ਸਾਹਿਬ ਨੇ ਇੱਕ ਵੀਡੀਓ ਬਣਾਈ ਤੇ ਉਹਨਾਂ ਨੇ ਵੀਡੀਓ ਬਣਾ ਕੇ ਤੇ ਉਹਨਾਂ ਨੇ ਕਿਹਾ ਜੀ ਕਿ ਆ ਦੇਖੋ ਮੈਂ ਟਾਈਮ ਸਿਰ ਇੱਥੇ ਪਹੁੰਚ ਗਿਆ, ਉਹਨਾਂ ਦੀ ਦੱਸੀ ਹੋਈ ਜਗ੍ਹਾ ਤੇ ਉਹਨਾਂ ਦੇ ਦੱਸੇ ਹੋਏ ਟਾਈਮ ਦੇ ਮੁਤਾਬਿਕ ਮੈਂ ਇੱਥੇ ਬੈਠਾ ਹੋਇਆ, ਉਹਨਾਂ ਦਾ ਇੰਤਜ਼ਾਰ ਕਰ ਰਿਹਾ, ਲੇਕਿਨ ਉਹ ਹਾਲੇ ਤੱਕ ਇੱਥੇ ਨਹੀਂ ਹੈ। ਲੇਕਿਨ ਮੈਂ 1 ਘੰਟਾ ਮਜ਼ੀਦ ਇਹਨਾਂ ਦਾ ਵੇਟ ਕਰਾਂਗਾ, 8 ਵਜੇ ਤੱਕ ਮੈਂ ਇਹਨਾਂ ਦਾ ਵੇਟ ਕਰਾਂਗਾ ਕਿਉਂਕਿ ਉਹ ਲਾਹੌਰ ਪਹੁੰਚ ਚੁੱਕੇ ਨੇ ਲੇਕਿਨ ਇੱਥੇ ਆਉਣ ਤੋਂ ਕਾਸਰ ਨੇ ਤੇ ਲਿਹਾਜ਼ਾ ਮੈਂ 8 ਵਜੇ ਤੱਕ ਉਹਨਾਂ ਦਾ ਵੇਟ ਕਰਾਂਗਾ। ਜੇ ਆ ਗਏ ਤੇ ਠੀਕ, ਜੇ ਨਾ ਆਏ ਤੇ ਮੈਂ ਫਿਰ ਇਹੀ ਸਮਝਾਂਗਾ ਕਿ ਉਹਨਾਂ ਨੇ ਜਿਹੜਾ ਸੀ ਨਾ ਆਪਣਾ ਇੱਕ ਟਰੈਪ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਤੁਹਾਨੂੰ ਪਤਾ ਨਾ ਝੂਠ ਬੋਲ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਬਸ ਜੀ ਲੋਕਾਂ ਨੂੰ ਦੱਸ ਦੇਣਾ ਕਿ ਜੀ ਇਹਨਾਂ ਕੋਲ ਦੇਖੋ ਕੁਝ ਵੀ ਨਹੀਂ ਹੈਗਾ, ਦੇਖੋ ਆਏ ਨਹੀਂ ਤੇ ਇਹ ਤੇ ਫਲਾਣ। ਤੁਹਾਨੂੰ ਪਤਾ ਫਿਰ ਯੂਥੀਆਂ ਦੀ ਜੋ ਹਰਕਤ ਹੈਗੀ ਹੈ, ਜੋ ਆਦਤ ਹੈਗੀ ਹੈ, ਫਿਰ ਉਹ ਕੀ ਕਰਦੇ ਨੇ
ਤੇ ਫਿਰ ਲਿਹਾਜ਼ਾ ਐਸੇ ਕਰੋ ਰਾਸ਼ਦ ਸਾਹਿਬ ਨੇ ਉਹਨੂੰ ਕਾਊਂਟਰ ਕਰਨ ਵਾਸਤੇ ਜਿਹੜਾ ਸੀ ਨਾ ਉੱਥੇ ਪਹੁੰਚ ਗਏ, ਲੇਕਿਨ ਉਹ ਨਹੀਂ ਆਇਆ। ਤੇ ਉਹਨੇ ਬਕਾਇਦਾ ਕੋਈ ਟਵੀਟਾਂ ਕਰਦਾ ਰਿਹਾ, ਕਹਿੰਦਾ ਜੀ ਕਿ ਤੁਸੀਂ ਇੰਝ ਕਰੋ, ਮੈਨੂੰ WhatsApp ਕਰ ਦਿਓ ਤੇ ਮੈਂ ਜ਼ਰਾ ਫਸਿਆ ਹੋਇਆ ਤੇ ਇਹ ਵੇ ਤੇ ਫਲਾਣਾ ਢਮਕਾਣ ਹੈ, ਤੇ ਬਸ ਠੀਕ ਹੈ, ਤੁਸੀਂ ਮੈਨੂੰ ਆਪਣਾ WhatsApp ਕਰ ਦਿਓ ਤੇ ਮੈਂ ਵੇਖ ਕੇ ਮੈਂ ਤੁਹਾਨੂੰ ਦੱਸ ਦਿਆਂਗਾ ਹਾਂ ਬਈ ਠੀਕ ਹੈ ਕਿ ਨਹੀਂ। ਮੇਰਾ ਇੱਕ ਸਵਾਲ ਹੈਗਾ ਇੱਥੇ, ਬਈ ਇਹ ਕੌਣ ਹੁੰਦਾ ਕਿਸੇ ਦੀ ਡਿਗਰੀ ਚੈੱਕ ਕਰਨ ਵਾਲਾ? ਦੱਸੋ ਮੈਨੂੰ। ਇਹ ਕੋਈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਅਫਸਰ ਲੱਗਾ ਹੋਇਆ ਹੈ ਜਾਂ ਕਿ ਕੋਈ ਇੰਸਪੈਕਟਰ ਹੈ? ਕੌਣ ਹੈ ਜਿਹੜਾ ਕਿ ਇਹਨੂੰ ਡਿਗਰੀਆਂ ਵਿਖਾਓਗੇ ਤੇ ਫਿਰ ਹੀ ਕਿਤੇ ਜਾ ਕੇ ਤੁਹਾਨੂੰ ਤਸੱਲੀ ਹੋਏਗੀ ਕਿ ਹਾਂ ਵੀ ਤੁਹਾਡੀ ਡਿਗਰੀ ਅਸਲੀ ਕਿ ਜਾਲੀ ਹੈ? ਉਹ ਬਈ ਤੁਸੀਂ ਪਹਿਲੇ ਇਹਦੇ ਕੋਲੋਂ ਪੁੱਛੋ ਤੇਰੇ ਕੋਲ ਕਿੱਥੇ ਡਿਗਰੀ ਹੈ। ਇਹੋ ਜਿਹੇ ਜਿੰਨੇ ਵੀ ਸਾਫੀ ਨੇ, ਠੀਕ ਹੈ, ਇਹ ਜਿਹੇ ਜਿਸ ਤਰ੍ਹਾਂ ਸਦੀਕ ਜਾਨ ਲੱਲੀ ਹੈਗਾ ਜਾਂ ਜੋ ਵੀ ਦੂਸਰੇ ਫਲਾਣਾ ਢਮਕਾਣਾ ਨੇ, ਇਹਨਾਂ ਕੋਲੋਂ ਪੁੱਛੋ ਕਿ ਬਈ ਤੁਹਾਡੇ ਕੋਲ ਕਿੰਨੀ ਡਿਗਰੀ ਹੈ, ਲਾਇਸੈਂਸ ਤੁਹਾਡੇ ਕੋਲ ਕਿੱਥੇ ਹੈ। ਇਹਨਾਂ ਨੂੰ ਚੈਲੰਜ ਕਰੋ, ਬਜਾਏ ਦੇ ਕਿ ਤੁਸੀਂ ਆਪ ਚੈਲੰਜ ਹੋਵੋ ਤੇ ਇਹਨਾਂ ਨੂੰ ਚੈਲੰਜ ਕਰੋ। ਇਹਨਾਂ ਕੋਲੋਂ ਪੁੱਛੋ ਕਿ ਤੁਹਾਡੇ ਕੋਲ ਕੀ ਡਿਗਰੀ, ਤੁਹਾਡੇ ਕੋਲ ਕਿਹੜੀ ਸਾਫਤ ਦੀ ਡਿਗਰੀ ਹੈ। ਕਰਦੇ ਤੁਸੀਂ ਸਾਫਤ ਹੋ ਤੇ ਸਾਫਤ ਦੀ ਆੜ ਦੇ ਵਿੱਚ ਤੁਸੀਂ ਝੰਡਾ ਪੜਿਆ ਇਮਰਾਨ ਖਾਨ ਦਾ ਤੇ ਬਸ ਝੂਠ ਬੋਲਦੇ ਹੋ, ਲੋਕਾਂ ਨੂੰ ਗੁੰਮਰਾਹ ਕਰਦੇ ਤੇ ਡਾਲਰ ਕਮਾਈ ਜਾ ਰਹੇ ਹੋ। ਬਹਰਹਾਲ ਉਹ ਨਵੀਦ ਸੱਤੀ ਤੇ ਜਨਾਬ ਨਹੀਂ ਪਹੁੰਚਿਆ। ਫਿਰ ਉਹ ਜਿਹੜੇ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜਿਹੜੇ ਸਦਰ ਨੇ ਨਈਮ ਹਨੀਫ ਸਾਹਿਬ, ਉਹਨਾਂ ਨੇ ਬੁਲਾ ਲਿਆ ਰਾਸ਼ਦ ਸਾਹਿਬ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਆ ਜਾਓ ਮੇਰੇ ਕੋਲ ਤੇ ਮੇਰੇ ਕੋਲ ਆ ਕੇ ਤੇ ਜਿਹੜਾ ਨਾ ਤੁਸੀਂ ਮੈਨੂੰ ਦੱਸੋ ਕਿ ਕੀ ਕਹਾਣੀ ਕੀ ਹੈ, ਕੀ ਹਿਸਾਬ ਕਿਤਾਬ ਹੈ। ਜਨਾਬ ਰਾਸ਼ਿਦ ਨਸਰੁੱਲਾ ਸਾਹਿਬ, ਉਹਨਾਂ ਦੇ ਪ੍ਰੋਗਰਾਮ ਹੈਗਾ ਸੀ ਨਈਮ ਹਨੀਫ ਸਾਹਿਬ ਦਾ, ਤੇ ਉੱਥੇ ਤਸ਼ਰੀਫ ਲੈ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਡਿਗਰੀਆਂ ਵਿਖਾਈਆਂ ਸਾਰੀਆਂ। ਉਹਨਾਂ ਨੇ ਬਕਾਇਦਾ ਸਾਰੀ ਡਿਗਰੀਆਂ ਚੈੱਕ ਕੀਤੀਆਂ, ਇੱਕ ਡਿਗਰੀ ਚੈੱਕ ਕੀਤੀ ਤੇ ਹਰ ਚੀਜ਼ ਚੈੱਕ ਕਰਕੇ ਤੇ ਉਹਨਾਂ ਨੇ ਬਕਾਇਦਾ ਜਿਹੜਾ ਸੀ ਨਾ ਐਲਾਨ ਕਰ ਦਿੱਤਾ ਕਿ ਬਈ ਰਾਸ਼ਦ ਸਾਹਿਬ ਕੋਲ ਇਹ 1 2 3 ਨਹੀਂ ਬਲਕਿ ਇਸ ਤੋਂ ਜ਼ਿਆਦਾ ਡਿਗਰੀਆਂ ਨੇ। ਇਹ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤੇ ਇਹ ਸਾਰੀ ਡਿਗਰੀਆਂ ਜਿਹੜੀਆਂ ਨੇ ਐਫੀਲੀਏਟਡ ਹੈਗੀਆਂ ਨੇ, ਤਸਦੀਕਸ਼ੁਦਾ ਹੈਗੀਆਂ ਨੇ ਤੇ ਕਈ ਡਿਗਰੀਆਂ ਇਹਨਾਂ ਨੇ ਇੰਗਲੈਂਡ ਤੋਂ ਹਾਸਿਲ ਕੀਤੀਆਂ ਨੇ। ਤੇ ਜੇ ਤੁਹਾਨੂੰ ਬਹੁਤ ਸ਼ੱਕ ਹੈ ਤਾਂ ਤੁਸੀਂ ਇੰਗਲੈਂਡ ਦੀ ਯੂਨੀਵਰਸਿਟੀ ਤੋਂ ਪਤਾ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਨਾ ਆਧਾਰ ਕਾਰਡ ਮਿਲ ਜਾਏਗਾ, ਠੀਕ ਹੈ। ਤੇ ਲਿਹਾਜ਼ਾ ਨਈਮ ਹਨੀਫ ਨੇ ਵੀ ਜਿਹੜਾ ਨਾ ਉਹ ਨਵੀਦ ਸੱਤੀ ਦੀ ਜਿਹੜੀ ਨੇ ਸੁਥਰੀ ਕੀਤੀ ਹੈ, ਛਿਤਰੌਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਤੂੰ ਇੱਧਰ ਆ ਮੇਰੇ ਪ੍ਰੋਗਰਾਮ ਤੇ ਤੂੰ ਮੈਨੂੰ ਆਪਣੀਆਂ ਡਿਗਰੀਆਂ ਵਿਖਾ ਤੇ ਆਪਣਾ ਸਹਾਫੀ ਜਿਹੜਾ ਨਾ ਲਾਇਸੈਂਸ ਮੈਨੂੰ ਵਿਖਾ ਤੇ ਪਤਾ ਲੱਗੇ ਕਿ ਤੂੰ 1 ਨੰਬਰ ਸਹਾਫੀ ਹੈ ਕਿ 2 ਨੰਬਰ ਸਹਾਫੀ ਹੈ। ਤੇ ਜਨਾਬ ਇਸ ਤਰ੍ਹਾਂ ਸਾਡਾ ਜਿਹੜਾ ਪਟਵਾਰੀ ਭਰਾ ਹੈਗਾ ਰਾਸ਼ਿਦ ਨਸਰੁੱਲਾ ਸਬਾਈ ਵਜ਼ੀਰ ਹੈਗਾ, ਉਹਨੇ ਜਨਾਬ ਇੱਕ ਯੂਥੀਆ ਜਿਹੜਾ ਸੀ ਨਾ ਉਹ ਨਾ ਸਿਰਫ ਵਾੜਿਆ ਬਲਕਿ ਉਹਨੂੰ ਉਹਦੀ ਔਕਾਤ ਵੀ ਵਿਖਾ ਦਿੱਤੀ ਹੈ ਤੇ ਦੱਸ ਦਿੱਤਾ ਕਿ ਜਨਾਬ ਕਿ ਇਹ ਝੂਠੇ ਨੇ, ਇਹ ਬੇਈਮਾਨ। ਮੈਂ ਕਹਿੰਦਾ ਜਿਸ ਤਰ੍ਹਾਂ ਰਾਸ਼ਿਦ ਨਸਰੁੱਲਾ ਨੇ ਕੀਤਾ, ਸਾਰੇ ਜਿੰਨੇ ਵੀ ਵਜ਼ੀਰ ਨੇ ਇਹਨਾਂ ਸਭ ਨੂੰ ਚਾਹੀਦਾ ਕਿ ਸਭ ਜਿੰਨੇ ਵੀ ਯੂਥੀਆ ਸਾਹਵੇ ਨੇ ਨਾ ਇਹਨਾਂ ਨੂੰ ਫੜੋ, ਇਹਨਾਂ ਦੇ ਖਿਲਾਫ ਜਾਓ, ਇਹਨਾਂ ਦੇ ਖਿਲਾਫ ਮੁਕੱਦਮੇ ਕਰਾਓ, ਸਾਈਬਰ ਕ੍ਰਾਈਮ ਤੇ ਜਾਓ। ਉਹਨਾਂ ਨੂੰ ਕਹੋ ਜੀ ਇਹਨਾਂ ਨੇ ਮੇਰੇ ਨਾਲ ਗਲਤ ਗੱਲ ਕੀਤੀ, ਇਹ ਮੇਰੇ ਕੋਲ ਇਹ ਸਬੂਤ ਹੈਗਾ, ਇਹਨਾਂ ਕੋਲੋਂ ਪੁੱਛੋ ਇਹਨਾਂ ਕੋਲ ਕੀ ਸਬੂਤ ਹੈ ਜਿਹੜਾ ਕਿ ਮੇਰੇ ਉੱਤੇ ਇਲਜ਼ਾਮ। ਫਿਰ ਦੇਖਣਾ ਇਹਨਾਂ ਦਾ ਝੂਠ ਕਿਸ ਤਰ੍ਹਾਂ ਬੇਨਕਾਬ ਹੁੰਦੇ ਨੇ। ਅੱਛਾ ਜਨਾਬ, ਪੈਰਾ ਫੋਰਸ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਮਰੀਮ ਨਵਾਜ਼ ਸਾਹਿਬਾ ਨੇ ਇੱਕ ਟੀਮ ਬਣਾਈ ਸੀ ਪੈਰਾ ਫੋਰਸ। ਇਹਦਾ ਕੰਮ ਸੀ ਕਿ ਇਹ ਮਹਿੰਗਾਈ ਨੂੰ ਕੰਟਰੋਲ ਕਰੇਗੀ, ਜਿਹੜੀ ਮਾਸ਼ਰੇ ਦੇ ਵਿੱਚ ਵੱਧਦੀ ਹੋਈ ਜਿਹੜੀ ਉਹ ਸ਼ਿੱਦਤ ਪਸੰਦੀ ਹੈ ਉਹਦੇ ਤੇ ਕੰਟਰੋਲ ਕਰੇਗੀ ਤੇ ਦੇਖੇਗੀ ਕਿ ਹਾਂ ਵੀ ਇਹ ਪ੍ਰਾਈਸ ਜਿਹੜੇ ਨੇ ਇਹ ਕੰਟਰੋਲ ਕਿਉਂ ਨਹੀਂ ਹੋ ਰਹੇ, ਲੋਕੀ ਕਿਉਂ ਆਪਣੀ ਜਿਹੜੀ ਨਾ ਮਨਮਾਨੀ ਕਰ ਰਹੇ ਨੇ। ਅੱਛਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਇਨਸਾਨ ਬੇਰੁਜ਼ਗਾਰ ਹੁੰਦਾ ਨਾ ਤੇ ਫਿਰ ਉਹਨੂੰ ਨੌਕਰੀ ਦੀ ਬੜੀ ਅੱਛੀ ਜ਼ਰੂਰਤ ਹੁੰਦੀ ਹੈ, ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਇਹਨਾਂ ਨੂੰ ਨੌਕਰੀ ਮਿਲ ਜਾਂਦੀ ਨੇ ਤੇ ਫਿਰ ਇਹ ਉਹ ਜ਼ਾਲਿਮ ਕਿਉਂ ਬਣ ਜਾਂਦੇ ਨੇ, ਇਹ ਫਿਰ ਉਹ ਕਰਪਟ ਕਿਉਂ ਬਣ ਜਾਂਦੇ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਇੱਕ ਫੋਰਸ ਬਣਾਈ, ਤੁਹਾਨੂੰ ਨੌਕਰੀਆਂ ਦਿੱਤੀਆਂ ਤੇ ਤੁਸੀਂ ਆਪਣਾ ਕੰਮ ਕਰੋ ਇਮਾਨਦਾਰੀ ਦੇ ਨਾਲ, ਨੇਕ ਨੀਤੀ ਨਾਲ ਕਰੋ, ਠੀਕ ਹੈ, ਬਜਾਏ ਤੇ ਕਿ ਤੁਸੀਂ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਕੰਮ ਕਰਨ ਦੇ ਤੁਸੀਂ ਬੇਈਮਾਨੀ ਸ਼ੁਰੂ ਕਰ ਦਿੱਤੀ, ਕਰਪਸ਼ਨ ਕਰ ਦਿੱਤੀ, ਤੁਸੀਂ ਜ਼ਾਲਿਮ ਬਣ ਗਏ, ਜਾਬਰ ਬਣ ਗਏ। ਇਹਨਾਂ ਨੇ ਜਨਾਬ ਪੈਰਾ ਫੋਰਸ ਦੀ ਟੀਮ ਨੇ ਕੀ ਕੀਤਾ, ਉੱਤੇ ਤੋਂ ਲੈ ਕੇ ਥੱਲੇ ਤੱਕ ਜਿੰਨੇ ਵੀ ਅਫਸਰ ਸਨ ਉਹਨਾਂ ਨੇ ਜਨਾਬ ਦੁਕਾਨਦਾਰਾਂ ਦੀਆਂ ਜ਼ਿੰਦਗੀਆਂ ਜੀਣਨ ਕਰ ਦਿੱਤੀਆਂ, ਭੱਤੇ ਲੈਣਾ ਸ਼ੁਰੂ ਕਰ ਦਿੱਤੇ, ਜਗ੍ਹਾ ਟੈਕਸ ਲੈਣਾ ਸ਼ੁਰੂ ਕਰ ਦਿੱਤਾ, ਕਰਪਸ਼ਨ ਕਰਨੀ ਸ਼ੁਰੂ ਕਰ ਦਿੱਤੀ ਤੇ ਜਿਹੜਾ ਨਹੀਂ ਦਿੰਦਾ ਸੀ ਤੇ ਉਹਦੀ ਦੁਕਾਨ ਦੇ ਅੰਦਰ ਵੜ ਕੇ ਉਹਨੂੰ ਕੁੱਟਦੇ ਸਨ, ਉਹਦੀ ਦੁਕਾਨ ਨੂੰ ਸੀਲ ਕਰ ਦਿੰਦੇ ਸਨ। ਤੇ ਜਨਾਬ ਇਸ ਤਰ੍ਹਾਂ ਦੇ ਇੱਕ ਨਹੀਂ ਦੋ ਨਹੀਂ ਕਈ ਵਾਕਿਆਤ ਹੋਏ ਨੇ, ਠੀਕ ਹੈ। ਤੇ ਉਹਨਾਂ ਦਾ ਇੱਕ ਪੈਰਾ ਫੋਰਸ ਦਾ ਇੱਕ ਖੌਫ ਫੈਲ ਗਿਆ। ਜਦੋਂ ਇਹ ਗੱਲ ਮਰੀਮ ਨਵਾਜ਼ ਸਾਹਿਬਾ ਨੂੰ ਪਤਾ ਲੱਗੀ ਤੇ ਮਰੀਮ ਨਵਾਜ਼ ਸਾਹਿਬਾ ਨੇ ਪੂਰੀ ਟੀਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਤੇ ਕਈ ਆਫਿਸਰ ਜਿਹੜੇ ਸਨ ਮੁਅੱਤਲ ਕਰ ਦਿੱਤੇ ਤੇ ਬਕਾਇਦਾ ਹੁਣ ਸੁਣਨ ਦੇ ਚੱਲ ਕਿ ਰੀਸ਼ਫਲਿੰਗ ਕੀਤੀ ਹੈ ਤੇ ਬਕਾਇਦਾ ਜਿਹੜਾ ਸੀ ਨਾ ਤਹਿਕੀਕਾਤ ਦਾ ਹੁਕਮ ਦਿੱਤਾ ਗਿਆ ਕਿ ਪੈਰਾ ਫੋਰਸ ਦੇ ਅੰਦਰ ਜਿਹੜੀ ਮਗਰਮੱਛ ਬੈਠੇ ਨੇ, ਉਹ ਕਾਲੀ ਭੇੜਾਂ ਬੈਠੀਆਂ ਨੇ, ਇਹਨਾਂ ਨੂੰ ਹੁਣ ਜਿਹੜਾ ਨਾ ਅਸੀਂ ਬਾਹਰ ਕੱਢਣਾ ਤੇ ਹੁਣ ਨਏ ਤੇ ਸੁਥਰੇ ਬੰਦੇ ਲੈ ਕੇ ਆਉਣੇ ਨੇ ਕਿ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ।
ਤੇ ਜਨਾਬ ਮਰੀਮ ਨਵਾਜ਼ ਸਾਹਿਬਾ ਨੇਕ ਨੀਤੀ ਨੇ ਦੇ ਨਾਲ ਕੰਮ ਕਰ ਰਹੇ ਨੇ, ਲੇਕਿਨ ਇਸ ਤਰ੍ਹਾਂ ਦੇ ਗੰਦੇ ਲੋਕ ਆ ਕੇ ਨਾ ਇਹ ਆ ਕੇ ਤੇ ਨਾ ਸਿਰਫ ਡਿਪਾਰਟਮੈਂਟ ਨੂੰ ਖਰਾਬ ਕਰ ਰਹੇ ਨੇ, ਬਲਕਿ ਮੈਂ ਇਹ ਵੀ ਤਾਸੁਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਲੋ ਜੀ ਕਿ ਸਾਨੂੰ ਹੱਕ ਹਲਾਲ ਦੀ ਕਮਾਈ ਦੇ ਵਿੱਚ ਕੋਈ ਮਜ਼ਾ ਨਹੀਂ, ਸਾਨੂੰ ਹਰਾਮ ਦੀ ਕਮਾਈ ਦਿਓ ਤੇ ਤਦ ਅਸੀਂ ਕੰਮ ਕਰਾਂਗੇ, ਵਰਨਾ ਨਹੀਂ ਕਰਾਂਗੇ। ਬਹਰਹਾਲ ਦੇਖੋ ਹੁਣ ਤਹਿਕੀਕਾਤ ਹੋ ਰਹੀਆਂ ਨੇ, ਇਹਦੀ ਅੱਗੇ ਜਿੰਨੀ ਵੀ ਅਪਡੇਟ ਆਉਂਦੀ ਤੇ ਫਿਰ ਤੁਹਾਡੇ ਅੱਗੇ ਗੁਜ਼ਾਰ ਕਰਨੇ ਆ। ਹਬੀਬ ਅਕਰਮ ਸਾਹਿਬ ਇਹ ਵੀ ਜਨਾਬ ਇੱਕ ਬੜਾ ਵੱਡਾ ਸਾਫੀ ਹੈਗਾ, ਲੇਕਿਨ ਇਹ ਜਦੋਂ ਦਾ ਯੂਥੀਆ ਬਣਿਆ ਅਮਨਾਡੂ ਬਣਿਆ ਇਹਨੇ ਆਪਣਾ ਬੇੜਾ ਗਰਕ ਕਰ ਦਿੱਤਾ ਫੜ ਕੇ। ਨਾ ਸਿਰਫ ਇਹਨੇ ਬਲਕਿ ਇੱਕ ਹੋਰ ਹੈਗਾ ਔਰੀਆ ਮਕਬੂਲ ਜਾਨ, ਉਹ ਬਾਬਾ, ਉਹਨੇ ਵੀ ਆਪਣਾ ਜਿਹੜਾ ਨਾ ਯੂਥੀਆ ਬਣ ਕੇ ਜਿਹੜਾ ਨਾ ਬੇੜਾ ਗਰਕ ਕਰ ਲਿਆ। ਅੱਛਾ ਇਹਨਾਂ ਦੋਵਾਂ ਨੇ ਬੋਂਗੀ ਕੀ ਮਾਰੀ ਹੈ? ਇਹਨਾਂ ਦੋਵਾਂ ਨੇ ਬੋਂਗੀ ਇਹ ਮਾਰੀ, ਪਹਿਲੇ ਮੈਂ ਤੁਹਾਨੂੰ ਹਬੀਬ ਅਕਰਮ ਦੀ ਜਿਹੜਾ ਨਾ ਬੋਂਗੀ ਦੱਸ ਦਿੰਦਾ। ਉਹ ਕਹਿੰਦਾ ਕਿ ਜੀ ਉਹ ਇੱਕ ਫੀਮੇਲ ਐਂਕਰ ਸੀ ਤੇ ਉਹਨੂੰ ਕੋ ਕਹਿੰਦਾ ਕਿ ਜੀ ਤੁਸੀਂ ਮੈਨੂੰ ਜੁੱਤੀਆਂ ਦੇ ਜਿਹੜੇ ਬ੍ਰਾਂਡ ਹੈਗੇ ਨੇ ਨਾ ਉਹਨਾਂ ਦੇ ਨਾਮ ਦੱਸੋ ਕਿ ਕਿਹੜੇ ਕਿਹੜੇ ਤੁਹਾਨੂੰ ਬ੍ਰਾਂਡ ਤੁਹਾਡੇ ਜ਼ਿੰਦਗੀ ਚਾਹੁੰਦੇ ਨੇ। ਉਹ ਉਹਨੇ ਕੁੜੀ ਨੇ ਕਿਹਾ ਜੀ ਕਿ ਇੱਕ ਸਰਵਿਸ ਹੈਗੀ, ਇੱਕ ਬਾਟਾ ਹੈਗੀ ਤੇ ਇੱਕ ਪ੍ਰੈਸਟੀਜ ਹੈਗੀ ਤੇ ਪਤਾ ਨਹੀਂ ਹੁਣ 3-4 ਹੋਰ ਨੇ ਕੰਪਨੀਆਂ ਦੇ ਨਾਂ ਦੱਸੇ। ਤੇ ਉਹਨੇ ਕਿਹਾ ਬਸ ਤੁਹਾਨੂੰ ਨਹੀਂ ਪਤਾ? ਤੇ ਕਹਿੰਦਾ ਮੈਂ ਤੁਹਾਨੂੰ ਦੱਸਾਂ ਇੱਕ ਐਸਾ ਬ੍ਰਾਂਡ ਹੈਗਾ ਕਿ ਅਸੀਂ ਜਦੋਂ ਵੀ ਕਿਸੇ ਦੁਕਾਨ ਤੇ ਜਾਈਏ ਨਾ ਤੇ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਕਿ ਯਾਰ ਸਾਨੂੰ ਕਪਤਾਨ ਚੱਪਲ ਚਾਹੀਦੀ ਹੈ, ਤੇ ਉਹ ਸਾਨੂੰ ਅੱਗੋਂ 804 ਜਿਹੜੇ ਨਾ ਕੱਢ ਕੇ ਵਿਖਾ ਦਿੰਦਾ। ਦੱਸੋ ਇਹ ਹੈ ਕਿ ਨਹੀਂ ਹੈ? ਯਾਨੀ ਕਿ ਇਹਨਾਂ ਨੂੰ ਕੋਈ ਸ਼ਰਮਿੰਦਗੀ ਵੀ ਨਹੀਂ ਹੋ ਰਹੀ ਕਿ ਕਪਤਾਨ ਆਪਣੇ ਮੁਰਸ਼ਦ ਆਪਣੇ ਜਿਹੜੇ ਇਹਨਾਂ ਦਾ ਹੈਗਾ ਸੀ ਲੀਡਰ ਇਮਰਾਨ ਅਹਿਮਦ ਖਾਨ ਨਿਆਜ਼ੀ, ਉਹਨੂੰ ਜਨਾਬ ਇਹਨਾਂ ਨੇ ਪੈਰ ਦੇ ਥੱਲੇ ਲੈ ਆਂਦਾ ਜੀ, ਜੁੱਤੀ ਦੇ ਉੱਤੇ, ਜੁੱਤੀ ਦੀ ਨੋਕ ਦੇ ਉੱਤੇ ਰੱਖ ਦਿੱਤਾ ਕਿ ਕਹਿੰਦੇ ਨੇ ਕਿ ਜੀ ਇਹ ਸਾਡੇ ਕਪਤਾਨ ਦੀ ਕੁੱਲ ਔਕਾਤ ਹੈਗੀ ਹੈ ਕਿ ਉਹਦੇ ਨਾਮ ਦੀਆਂ ਜੁੱਤੀਆਂ ਵਿਕ ਰਹੀਆਂ ਨੇ 804। ਯਾਨੀ ਕਿ ਇਮਰਾਨ ਖਾਨ ਨਹੀਂ 804। ਇਹ ਸ਼ਰਮ ਦਾ ਮੁਕਾਮ ਹੈ, ਇਹ ਡੁੱਬ ਕੇ ਮਰਨ ਦਾ ਮੁਕਾਮ ਹੈ ਕਿ ਉਹ ਮੁਜਰਿਮ ਹੈਗਾ, ਸਜ਼ਾ ਯਾਫਤਾ ਮੁਜਰਿਮ ਹੈਗਾ, ਉਹ ਜੇਲ੍ਹ 'ਚ ਬੈਠਾ ਸਜ਼ਾ ਕੱਟ ਰਿਹਾ ਤੇ 804 ਹਾਲਾਂਕਿ ਉਹਦਾ ਨੰਬਰ ਵੀ ਨਹੀਂ ਹੈਗਾ, ਲੇਕਿਨ ਫਿਰ ਵੀ ਉਹਨੂੰ ਕਹਿ ਰਹੇ ਨੇ ਕਿ ਜੀ 804 ਹੀ ਹੈ ਵੇ। ਤੇ ਜਨਾਬੇ ਅਲੀ ਇਹਨਾਂ ਨੇ ਉਹਨੂੰ ਜੁੱਤੀ ਦੇ ਉੱਤੇ ਰੱਖ ਦਿੱਤਾ। ਤੁਸੀਂ ਕਈ ਵੀਡੀਓ ਦੇਖੀ ਹੋਣੀ ਆ ਕਿ 804 ਖੁੱਸੇ ਦੇ ਉੱਤੇ ਲਿਖਿਆ, ਉਹਨੂੰ ਪਹਿਲੇ ਚੁੰਮਦੇ ਨੇ ਤੇ ਫਿਰ ਪੈਰ ਦੇ ਚਲਾਈਆਂ, ਯਾਨੀ ਕਿ ਪੈਰ ਦੀ ਨੋਕ ਦੇ ਵਿੱਚ ਉਹਨੂੰ ਰੱਖਿਆ। ਤੇ ਇਹ ਡੁੱਬ ਕੇ ਮਰਨ ਦਾ ਮੁਕਾਮ ਹੈ, ਇਹ ਤੁਹਾਡੇ ਵਾਸਤੇ ਸ਼ਰਮ ਦਾ ਮੁਕਾਮ ਹੈ ਕਿ ਤੁਸੀਂ ਆਪਣੇ ਮੁਰਸ਼ਦ ਆਪਣੇ ਲੀਡਰ ਨੂੰ ਪੈਰਾਂ ਦੇ ਵਿੱਚ ਲਾਇਓ, ਉਹ ਪੈਰ ਦੇ ਵਿੱਚ ਪਾਉਂਦੇ ਉਹਨੂੰ ਮਰਿਓ। ਇਹ ਕੋਈ ਫਖਰ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਪੈਰ ਦੇ ਵਿੱਚ ਆਪਣੇ ਲੀਡਰ ਨੂੰ ਪਾਇਆ, ਆਪਣੇ ਪੈਰ ਲੀਡਰ ਦਾ ਨਾਮ ਜਿਹੜਾ ਹੈ ਉਹਨੂੰ ਆਪਣੇ ਪੈਰ ਦੇ ਵਿੱਚ ਰੱਖਿਆ। ਹੁਣ ਪੈਰ ਦੇ ਤੁਹਾਨੂੰ ਪਤਾ 100 ਜ਼ਮਾਨੇ ਦੀ ਗੰਦਗੀ ਹੁੰਦੀ ਹੈ, ਉੱਥੇ ਕੁੱਤਿਆਂ ਦਾ ਪਿਸ਼ਾਬ ਵਗੈਰਾ ਉਹਦੇ ਉੱਤੇ ਚੱਲ ਨਹੀਂ ਹੁੰਦਾ, ਤੇ ਮੁਰਸ਼ਦ ਸਾਹਿਬ ਵੀ ਅੱਗੇ ਤੁਸੀਂ ਆਪ ਸਮਝਦਾਰ। ਤੇ ਇਹ ਵੀ ਬਕਮ ਕਿੱਡੇ ਫਖਰ ਨਾਲ ਕਹਿ ਰਿਹਾ ਕਿ ਲੋ ਜੀ ਸਾਨੂੰ ਕਪਤਾਨ ਦੇ ਉੱਤੇ ਫੜੇ ਕਿ ਉਹਦਾ ਨਾਮ ਜੁੱਤੀ ਦੇ ਉੱਤੇ ਆ ਗਿਆ 804। ਇਸੇ ਤਰ੍ਹਾਂ ਔਰੀਆ ਮਕਬੂਲ ਜਾਨ ਨੇ ਜਿਹੜਾ ਨਾ ਇੱਕ ਬੜੀ ਵੱਡੀ ਬੋਂਗੀ ਮਾਰੀ ਹੈ। ਉਹਨੇ ਕਿਹਾ ਕਿ ਇਹ ਜਿਹੜਾ ਗ੍ਰੈਂਡ ਹਯਾਤ ਜਿਹੜਾ ਇਸ਼ੂ ਚੱਲ ਰਿਹਾ ਨਾ, ਉਹਨੇ ਕਿਹਾ ਜੀ ਕਿ ਇਹ ਬੇਸਿਕਲੀ ਨਾ ਉਹ ਜਿਹੜਾ ਜੈਰਾਡ ਕੁਸ਼ਨਰ ਹੈਗਾ ਨਾ ਉਹਦਾ ਜਵਾਈ ਡੋਨਲਡ ਟਰੰਪ ਦਾ, ਇਹ ਜਨਾਬ ਉਹਨੂੰ ਦੇਣਾ ਹੈ। ਉਹਨੇ ਪਤਾ ਨਹੀਂ ਕਿਹੜੀਆਂ ਕੋਈ ਬਿਲਡਿੰਗਾਂ ਕੱਢ ਕੇ ਲੈ ਕੇ ਆਇਆ ਪ੍ਰਿੰਟ ਤੇ ਉਹਦੇ ਵਿਖਾ ਰਿਹਾ ਕਿ ਲੋ ਜੀ ਉਹਦੀ ਬਿਲਡਿੰਗ ਵੀ ਇਸ ਤਰ੍ਹਾਂ ਦੀ ਹੈ ਟਰੰਪ ਟਾਵਰ, ਤੇ ਇਹ ਬਿਲਡਿੰਗ ਵੀ ਇਸ ਤਰ੍ਹਾਂ ਦੀ ਹੈਗੀ ਹੈ ਗ੍ਰੈਂਡ ਹਯਾਤ ਦੀ। ਤੇ ਇਹਨਾਂ ਨੇ ਜਿਹੜਾ ਨਾ ਗੌਰਮੈਂਟ ਨੇ ਤੇ ਰਿਆਸਤ ਨੇ ਡਿਸਾਈਡ ਕਰ ਲਿਆ ਕਿ ਜੀ ਇਹ ਬਿਲਡਿੰਗ ਜਿਹੜੀ ਨਾ ਅਸੀਂ ਤੋਹਫਾ ਕਰਨੀ ਹੈ ਉਹਨੂੰ ਜੈਰਾਡ ਕੁਸ਼ਨਰ ਨੂੰ, ਜਿਹੜਾ ਕਿ ਜਵਾਈ ਹੈਗਾ ਉਹਦਾ ਡੋਨਲਡ ਟਰੰਪ ਦਾ, ਤੇ ਮਜ਼ਹਬ ਦੇ ਲਿਹਾਜ਼ ਨਾਲ ਜਿਹੜਾ ਨਾ ਉਹ ਯਹੂਦੀ ਹੈਗਾ। ਦੱਸੋ ਇਹ ਕਿੱਡੀ ਵੱਡੀ ਇਹਨੇ ਬੋਂਗੀ ਕੀ ਚਵਲ ਮਾਰੀ ਹੈ। ਔਰੀਆ ਮਕਬੂਲ ਜਾਨ ਇਹ ਉਹੀ ਬੰਦਾ ਉਹੀ ਚਵਲ ਹੈ ਜਿਹਨੇ ਉਹ ਵਾਲੀ ਚਵਲ ਮਾਰੀ ਸੀ ਕਿ ਜੀ ਕਿ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਆਲਾ ਅਨਹਾ ਜਦੋਂ ਇੱਕ ਸ਼ਖਸ ਨੂੰ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੋਲ ਲੈ ਕੇ ਗਏ ਤੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਇੱਕ ਫੌਜ ਦੀ ਜਿਹੜਾ ਨਾ ਸਰਬਰਾਹੀ ਕਰੋਗੇ, ਤੇ ਉਹਦਾ ਨਾਮ ਸੀ ਕਮਰ ਜਵੇਦ ਬਾਜਵਾ, ਤੇ ਉਹਨੂੰ ਜਿਹੜਾ ਸੀ ਨਾ ਸਿੱਧੇ ਹੱਥ ਦੇ ਵਿੱਚ ਫੜਾਇਆ। ਲੇਕਿਨ ਜਦੋਂ ਕਮਰ ਜਵੇਦ ਬਾਜਵਾ ਨੇ ਜਿਹੜਾ ਸੀ ਆਪਣੇ ਖੜਾ ਹੋ ਗਿਆ ਆਪਣੇ ਮੁਲਕ ਦੇ ਨਾਲ, ਤੇ ਉਹਨੇ ਤਖਤਾ ਉਲਟਾ ਦਿੱਤਾ ਫੜ ਕੇ ਇਮਰਾਨ ਖਾਨ ਦਾ, ਤੇ ਫਿਰ ਉਸੇ ਨੇ ਦੁਬਾਰਾ ਫਿਰ ਕਿਹਾ ਕਿ ਜੀ ਮੈਂ ख्वाब ਦੇਖਿਆ ਕਿ ਜੀ ਕਿ ਉਹ ਜਿਹੜਾ ਸੀ ਨਾ ਸੱਜੇ ਹੱਥ ਨੇ ਉਹਨੇ ਉਲਟੇ ਹੱਥ ਨਾਲ ਫੜੀ, ਐਸੇ ਕਰੋ ਕਮਰ ਜਵੇਦ ਬਾਜਵਾ ਜਿਹੜਾ ਨਾ ਗੱਦਾਰ ਹੈਗਾ। ਸਮਝ ਆ ਰਹੀ? ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਮਜ਼ਹਬ ਦਾ ਬੇਦਰੇਗ ਇਸਤੇਮਾਲ ਕਰਦੇ ਨੇ ਇਹ ਯੂਥੀਏ, ਠੀਕ ਹੈ ਨਾ। ਉਹ ਇਸਲਾਮੀ ਟੱਚ ਜਿੰਨਾ ਕਿ ਇਹਨਾਂ ਨੇ ਮਜ਼ਹਬ ਨੂੰ ਇਸਤੇਮਾਲ ਕੀਤਾ ਬਦਨਾਮ ਕੀਤਾ, ਇਹਨਾਂ ਕਿਸੇ ਸਿਆਸੀ ਪਾਰਟੀ ਨਹੀਂ ਕੀਤਾ ਹੋਇਆ। ਬਹਰਹਾਲ ਇਹ ਜਨਾਬ ਹੈਗੀਆਂ ਸਨ ਅੱਜ ਦੀਆਂ ਖਬਰਾਂ, ਅੱਜ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਨੇ। ਜੇ ਤੁਹਾਨੂੰ ਮੇਰੀਆਂ ਕੁਝ ਖਬਰਾਂ ਪਸੰਦ ਆਣ, ਗੱਲਾਂ ਪਸੰਦ ਆਣ, ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋ
ਤੇ ਕੋਸ਼ਿਸ਼ ਕਰੋ ਕਿ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ। ਆਪਣਾ ਵੀਲੌਗ ਮੈਂ ਇਸ ਇਖਤਤਾਮ ਦੇ ਵਿੱਚ ਇਸ ਨਾਰੇ ਦੇ ਨਾਲ ਇਖਤਤਾਮ ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।